ਇਹ ਜਿਹੜਾ ਪੱਤਰਕਾਰਤਾ ਦਾ ਪੇਸ਼ਾ ਹੈ, क्षेत्र है, ये बड़ा चुनौतीपूर्ण है। क्या मैं अमर उजाला तो स्टार्टिंग ਕੀਤੀ ਸੀ ਜਦ ਮੈਂ ਇੰਟਰਨ ਸੀਗੀ। ਉਸ ਤੋਂ ਬਾਅਦ ਮੈਂ दैनिक भास्कर 10 ਸਾਲ ਲਗਾਇਆ। ਹੁਣ ਮੈਂ दैनिक सवेरा टाइम 'ਚ ਤੇ ਲੇਕਿਨ ਅਗਰ ਅਸੀਂ ਗੱਲ ਕਰੀਏ ਕਿ ਮੇਲ ਪਰਸਨ, ਮੈਨੂੰ ਇਹ ਲੱਗਦਾ ਹੈ ਕਿ ਜਦ ਮੈਂ ਜਰਨਲਿਜ਼ਮ ਜੁਆਇਨ ਕੀਤੀ ਤੇ ਇਹਦੇ 'ਚ ਇਹ ਚੀਜ਼ ਅਸੀਂ ਕਦੇ ਨਹੀਂ ਸੋਚਣੀ ਕਿ ਅਸੀਂ ਇੱਕ ਮਹਿਲਾ ਜਰਨਲਿਸਟ ਹੈ ਔਰ ਅਸੀਂ ਇੱਥੇ ਪਲੀ ਨਹੀਂ ਲੈਣੀ ਕਿ ਮਹਿਲਾ ਹੈ ਤੇ ਮੈਨੂੰ ਇਹ ਐਕਸਕਿਊਜ਼ ਦੇ ਦਿਓ। ਜਦ ਅਸੀਂ ਆ ਗਏ ਤਾਂ ਅਸੀਂ ਦੋਨੋਂ ਬਰਾਬਰ ਹੈ। ਤੁਸੀਂ ਲੜ ਨਹੀਂ ਸਕਦੇ ਸਮਾਜ ਦੇ, ਤੁਸੀਂ ਆਪਣੇ ਸੰਸਥਾਨ ਦੇ ਉਨ ਦਰਿੰਦਿਆਂ ਨਾਲ ਉਹਨਾਂ ਨੂੰ ਤੁਸੀਂ ਉਦੋਂ ਤੱਕ ਨਹੀਂ ਦਬਾ ਸਕੋਗੇ ਜਦ ਤੱਕ ਤੁਸੀਂ ਆਪਣੀ ਸੱਚਾਈ, ਇਮਾਨਦਾਰੀ ਦੀ ਹਿੰਮਤ ਤੁਸੀਂ ਨਹੀਂ ਰੱਖੋਗੇ। ਰਾਤ ਨੂੰ ਮੈਨੂੰ 11 ਵੀ ਵੱਜ ਜਾਂਦੇ, ਕਈ ਵਾਰ 12 ਵੀ ਵੱਜ ਜਾਂਦੇ ਜਦੋਂ ਰਿਜ਼ਲਟ ਆਉਂਦੇ ਆ। ਰਿਜ਼ਲਟ ਵਾਲੇ ਦਿਨਾਂ 'ਚ 10ਵੀਂ 12ਵੀਂ ਦੇ, ਤਾਂ ਉਹਨਾਂ ਦਿਨਾਂ 'ਚ ਦੇਖੋ ਅਗਰ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਨਹੀਂ ਕਰ ਰਹੀ ਨਾ ਤਾਂ ਤੁਸੀਂ ਇਸ ਲਾਈਨ ਦੇ ਵਿੱਚ ਨਹੀਂ ਕਰ ਸਕਦੇ, ਕਿਉਂਕਿ ਹੋਰ ਜਿਹੜੀਆਂ ਮਤਲਬ ਨੌਕਰੀਆਂ ਹੈਗੀਆਂ ਮੈਨੂੰ ਲੱਗਦਾ ਕਿ 6 ਵਜੇ ਆ ਜਾਓਗੇ ਤੁਸੀਂ ਘਰ, 7 ਵਜੇ ਆ ਜਾਓਗੇ। ਲੇਕਿਨ ਜਿਹੜੀ ਜਰਨਲਿਸਟ ਵਾਲੀ ਹੈ ਨਾ, ਇਹਦੇ 'ਚ ਤੁਸੀਂ 24 ਆਵਰ ਅਵੇਲੇਬਲ ਚਾਹੀਦੇ ਹੈ, ਕਦੇ ਵੀ ਤੁਹਾਨੂੰ ਕਾਲ ਆ ਸਕਦੀ ਹੈ। ਸ਼ੁਰੂ 'ਚ ਮੈਂ ਬੱਸਾਂ 'ਚ ਵੀ ਧੱਕੇ ਖਾਏ। ਬੱਸਾਂ 'ਚ ਤੁਹਾਨੂੰ ਪਤਾ ਜਿਹੜਾ ਭੀੜ ਭੜਾਕਾ ਹੁੰਦਾ ਹੈ ਜਾਂ ਕਿਸੇ ਲੇਡੀ ਨੂੰ ਦੇਖ ਕੇ ਕੋਈ ਸੀਟੀ ਮਾਰਦਾ ਹੈ, ਕੋਈ ਕੁਛ ਕਰਦਾ ਹੈ, ਤਾਂ ਮੈਂ ਆਪਣੇ ਛੇੜਖਾਨੀ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਮਹਿਲਾ ਸਮਝ ਲਿਆ ਨਾ ਤਾਂ ਫਿਰ ਦੂਸਰਾ ਬੰਦਾ ਕੁਛ ਤਾਂ ਤਿਆਰ ਬੈਠੇ ਹੈ ਕਿ ਮਹਿਲਾ ਉਹਨਾਂ ਦੇ ਨਾਲ ਖੜੀ ਹੋ ਕੇ ਅਗਰ ਕੰਮ ਕਰ ਰਹੀ ਹੈ ਨਾ ਤਾਂ ਅੱਜ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ। ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹ ਸ਼ੁਰੂ ਤੋਂ ਹੀ ਪੁਰਸ਼ ਪ੍ਰਧਾਨ ਰਿਹਾ ਤੇ ਉਸ ਸਮੇਂ ਵੀ ਇਹ ਲੱਗਦਾ ਸੀ ਵੀ ਜਿਸ ਤਰ੍ਹਾਂ ਉਹ ਵੀ ਇਹ ਚਾਹੁੰਦੇ ਸੀ ਵੀ ਔਰਤ ਅੱਗੇ ਨਾ ਵਧੇ। ਜਿਸ ਤਰ੍ਹਾਂ ਸ਼ੁਰੂ ਤੋਂ ਹੀ ਇਹ ਅਸੀਂ ਸੁਣਦੇ ਵੀ ਆਏ ਸੀ ਤੇ ਦੇਖਦੇ ਵੀ ਆਏ ਸੀ। ਡਰਾਉਣ ਵਾਲੇ ਬਹੁਤ ਹੈ, ਡਰਨਾ ਵੀ ਪੈਂਦਾ ਹੈ ਕਈ ਵਾਰ, ਠੀਕ ਹੈ ਨਾ। ਲੇਕਿਨ ਇਸ ਪੱਤਰਕਾਰਤਾ ਦੇ ਖੇਤਰ 'ਚ ਆਉਣ ਲਈ ਜਿਸ ਤਰ੍ਹਾਂ ਕਿ ਅੱਜ ਤਾਂ ਬਹੁਤ ਜਦ ਮੈਂ ਦੇਖਦੀ ਹਾਂ ਬਹੁਤ ਜ਼ਿਆਦਾ ਲੜਕੀਆਂ ਕਿ ਛੋਟੀ ਛੋਟੀ ਬੱਚੀਆਂ ਗਿਣਤੀ ਬਹੁਤ ਵਧੀ ਹੈ ਤੇ ਮੈਨੂੰ ਖੁਸ਼ੀ ਵੀ ਹੈ ਕਿ ਇਸ ਖੇਤਰ 'ਚ ਅੱਗੇ ਆਈਆਂ ਲੜਕੀਆਂ। 82 ਦੀ ਗੱਲ ਹੈ, ਸਨ ਵਿੱਚ ਮਤਲਬ ਉਸ ਸਮੇਂ ਟੈਰਰਿਜ਼ਮ ਦਾ ਹੁਸੀ ਪੀਕ 'ਤੇ ਸੀ ਤੇ ਕੀ ਕਹਿੰਦੇ ਬੰਬ ਬਲਾਸਟ ਹੋ ਗਿਆ ਸੀ। ਰਾਤ ਦੇ 12 ਵਜੇ ਸੀ ਤੇ ਮੈਨੂੰ ਜਾਣਾ ਪਿਆ। ਉਦੋਂ ਟੀਵੀ 'ਚ ਨਹੀਂ ਸੀ, ਮੈਂ ਉਸ 'ਚ ਸੀ ਅਖਬਾਰ 'ਚ। 18 ਵਜੇ ਗਈ ਤੇ ਉੱਥੇ ਮੈਨੂੰ 3 ਵਜੇ। ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਸਪਾਈਸ ਤੇ ਮੈਂ ਕਰਮ ਸੇਖਾ ਤੁਹਾਡਾ ਸਵਾਗਤ ਕਰਦਾ। ਦੋਸਤੋ, ਔਰਤਾਂ ਦਾ ਯੋਗਦਾਨ ਵੱਡਾ ਰਿਹਾ। ਜਿਵੇਂ ਕਿਹਾ ਜਾਂਦਾ ਕਿ ਇਸ ਦੁਨੀਆ ਦਾ ਅੱਧ ਹੈ ਔਰਤ, ਔਰ ਅਗਲੀ ਲਾਈਨ ਕਹੀ ਜਾਂਦੀ ਹੈ ਫਿਰ ਵੀ ਕਾਹਤੋਂ ਰੱਦ ਹੈ ਔਰਤ। ਹਰ ਖੇਤਰ ਦੇ ਵਿੱਚ, ਜਿਸ ਖੇਤਰ 'ਚ ਵੀ ਆਪਾਂ ਨਿਗਾਹ ਮਾਰੀਏ, ਔਰਤਾਂ ਦਾ ਵੱਡਾ ਯੋਗਦਾਨ ਰਿਹਾ। ਕਿਸੇ ਵੀ ਖੇਤਰ ਨੂੰ ਬਿਨਾਂ ਔਰਤਾਂ ਦੇ ਸਹਿਯੋਗ ਤੋਂ ਕਿਸੇ ਵੀ ਕੰਮ ਨੂੰ ਸੰਪੂਰਨ ਕਰਨਾ ਔਖਾ ਆ। ਇਸੇ ਲਈ ਅਰਧਾਂਗਣੀ ਵੀ ਕਿਹਾ ਜਾਂਦਾ। ਬਹੁਤ ਸਾਰੇ ਸ਼ਬਦ ਔਰਤ ਲਈ ਵਰਤੇ ਜਾਂਦੇ ਆ। ਪਰ ਨਾਲ ਦੀ ਨਾਲ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿੰਦੇ ਆ, ਭਾਰਤੀ ਸਮਾਜ ਦੇ ਵਿੱਚ, ਇਹਨੂੰ ਕਿਹਾ ਜਾਂਦਾ ਪਿੱਤਰ ਸੱਤਾ ਦੇ ਉੱਤੇ ਆਧਾਰਿਤ ਸਮਾਜ ਆ। ਜਿੱਥੇ ਔਰਤ ਨੂੰ ਪੂਜਿਆ ਜਾਂਦਾ, ਦੇਵੀਆਂ ਦੇ ਰੂਪ ਦੇ ਵਿੱਚ ਪੂਜਿਆ ਵੀ ਜਾਂਦਾ, ਉੱਥੇ ਨਾਲ ਦੀ ਨਾਲ ਔਰਤਾਂ ਦੇ ਉੱਤੇ ਅਤਿਆਚਾਰ ਵੀ ਹੁੰਦਾ। ਔਰਤਾਂ ਦੇ ਰੋਲ ਨੂੰ ਘਟਾ ਕੇ ਵੀ ਪੇਸ਼ ਕੀਤਾ ਜਾਂਦਾ। ਲੰਮਾ ਸਮਾਂ ਤਾਂ ਔਰਤਾਂ ਦੀ ਜਿਹੜੀ ਦਿਹਾੜੀ ਸੀ ਉਹ ਵੀ ਮਰਦਾਂ ਦੇ ਮੁਕਾਬਲੇ ਅੱਧੀ ਰਹੀ ਹੈ। ਅੱਜ ਆਪਾਂ ਗੱਲ ਕਰਾਂਗੇ ਜਰਨਲਿਜ਼ਮ ਦੇ ਵਿੱਚ ਔਰਤਾਂ ਦੀ ਦੇਣ ਕੀ ਹੈ ਔਰ ਔਰਤਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਜਰਨਲਿਜ਼ਮ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਵੱਡਾ ਰੋਲ ਅਦਾ ਕੀਤਾ। ਅੱਜ ਆਪਾਂ ਗੱਲ ਕਰਾਂਗੇ, ਸਾਡੇ ਨਾਲ ਨੇ ਦੋ ਇੱਦਾਂ ਦੀਆਂ ਜਰਨਲਿਸਟ ਜਿਹੜੀਆਂ ਕਿ ਲੰਮੇ ਸਮੇਂ ਤੋਂ ਜਰਨਲਿਜ਼ਮ ਦੇ ਵਿੱਚ ਕੰਮ ਕਰ ਰਹੀਆਂ ਨੇ। ਨੀਨਾ ਸ਼ਰਮਾ ਜੀ ਜਿਹੜੇ ਦੈਨਿਕ ਸਵੇਰਾ 'ਚ ਕੰਮ ਕਰ ਰਹੇ ਨੇ, ਤੇ ਨਿਸ਼ਾ ਸ਼ਰਮਾ ਜੀ ਜਿਹੜੇ 2 ਵਾਰ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਆ ਪ੍ਰੈਸ ਕਲੱਬ ਚੰਡੀਗੜ੍ਹ ਦੇ। ਆਪਾਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਜਿਸ ਤਰੀਕੇ ਨਾਲ ਪੱਤਰਕਾਰੀ ਦਾ ਵੱਡਾ ਇੱਕ ਰੋਲ ਹੁੰਦਾ ਸਮਾਜ ਦੇ ਵਿੱਚ, ਔਰ ਪੱਤਰਕਾਰੀ ਦੇ ਵਿੱਚ ਔਰਤਾਂ ਦਾ ਵੀ ਬਹੁਤ ਵੱਡਾ ਰੋਲ ਹੈ। ਸ਼ੁਰੂ ਤੋਂ ਦੇਖੀਏ ਤਾਂ ਅੱਜ ਤਾਂ ਜੇ ਆਪਾਂ ਨੈਸ਼ਨਲ ਮੀਡੀਆ ਦੀ ਨਜ਼ਰ ਮਾਰੀਏ, ਨੈਸ਼ਨਲ ਮੀਡੀਆ 'ਚ ਤਾਂ ਹੈ ਹੀ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਐਂਕਰ। ਤੁਹਾਡਾ ਸਫ਼ਰ ਕਦੋਂ ਤੋਂ ਸ਼ੁਰੂ ਹੋਇਆ ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਫੇਸ ਕਰਨੀਆਂ ਪਈਆਂ? ਦੇਖੋ, ਜਿਹੜਾ ਮੇਰਾ ਪੱਤਰਕਾਰਤਾ ਦਾ ਅਗਰ ਸਫ਼ਰ ਦੀ ਗੱਲ ਕਰਾਂ ਬਹੁਤ ਲੰਬਾ ਹੈ। ਮੈਂ ਸਨ 80 ਤੋਂ ਪਹਿਲਾਂ ਦੀ ਇਹ ਸ਼ੁਰੂ ਹੋ ਗਈ ਸੀ। ਅੱਛਾ। ਸਟਾਰਟਿੰਗ ਮੈਂ ਜਨਸੱਤਾ ਤੋਂ ਕੀਤੀ ਸੀ। ਦੈਨਿਕ ਟ੍ਰਿਬਿਊਨ 'ਚ ਲਿਖਿਆ ਮੈਂ, ਅਜੀਤ ਸਮਾਚਾਰ 'ਚ ਲਿਖਿਆ ਮੈਂ, ਤੇ ਉਸ ਤੋਂ ਬਾਅਦ ਮੈਂ ਰਾਸ਼ਟਰੀ ਸਹਾਰਾ 'ਚ ਆਈ।
ਤੇ ਉਸ ਤੋਂ ਬਾਅਦ ਮੈਂ ਰਾਸ਼ਟਰੀ ਸਹਾਰਾ ਦਾ ਹੀ ਸਹਾਰਾ ਟੀਵੀ 'ਚ ਚੈਨਲ ਹੈ, ਉਸ 'ਚ ਕੰਮ ਕੀਤਾ। ਰਹੀ ਬਸ ਪ੍ਰੋਬਲਮ ਦੀ, ਸਮੱਸਿਆ ਦੀ, ਮੈਂ ਜਦੋਂ ਇਸ ਪੱਤਰਕਾਰਤਾ 'ਚ ਆਈ ਸੀ ਉਦੋਂ ਵੀ ਸਮੱਸਿਆ ਬਹੁਤ ਜ਼ਿਆਦਾ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਵੀ ਨਹੀਂ ਹੈ, ਕਿਉਂਕਿ ਜਦ ਮੈਂ ਪੱਤਰਕਾਰਤਾ 'ਚ ਆਈ ਸੀ ਉਦੋਂ ਬਹੁਤ ਲਿਮਿਟਿਡ ਸੀ ਲੇਡੀਜ਼ ਇਸ ਖੇਤਰ 'ਚ। ਤੇ ਜਦੋਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਚੁਣਿਆ ਇਸੇ ਕਰਕੇ ਸੀ ਕਿ ਮੈਂ ਸਭ ਤੋਂ ਅਲੱਗ ਕੋਈ ਲਾਈਨ ਚੁਣਿਆ ਮੈਂ, ਮੇਰਾ ਦਿਲ ਵੀ ਬਹੁਤ ਸੀ ਇਸ 'ਚ। ਮੇਰੇ ਹਸਬੈਂਡ ਵੀ DPRO ਰਹਿ ਚੁੱਕੇ, ਲੇਕਿਨ ਉਹਨਾਂ ਦਾ ਵੀ ਪੱਤਰਕਾਰਤਾ 'ਚ ਮੈਨੂੰ ਲਿਆਉਣ ਦਾ ਬਹੁਤ ਬੜਾ ਯੋਗਦਾਨ ਹੈ। ਲੇਕਿਨ ਜਦੋਂ ਪੱਤਰਕਾਰਤਾ 'ਚ ਮੈਂ ਆਈ ਤਾਂ ਮਤਲਬ ਮੈਂ ਕਿਸੇ ਕਾਨਫਰੰਸ 'ਚ ਜਿਸ ਤਰ੍ਹਾਂ ਜਾਂਦੀ ਸੀ ਤਾਂ ਜ਼ਿਆਦਾਤਰ ਜੈਂਟਸ ਹੁੰਦੇ ਸੀ, ਇੱਕ ਮੈਂ ਇਕੱਲੀ ਹੁੰਦੀ ਸੀ ਜਾਂ ਇੱਕ ਅੱਧੀ ਹੋਰ, ਕੋਈ ਜ਼ਿਆਦਾ ਨਹੀਂ ਹੁੰਦੀ ਸੀ ਲੇਡੀਜ਼। ਤੇ ਉਹ ਮਰਦ ਸਮਾਜ ਦੀ, ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹ ਸ਼ੁਰੂ ਤੋਂ ਹੀ ਪੁਰਸ਼ ਪ੍ਰਧਾਨ ਰਿਹਾ ਤੇ ਉਸ ਸਮੇਂ ਵੀ ਇਹ ਲੱਗਦਾ ਸੀ ਵੀ ਜਿਸ ਤਰ੍ਹਾਂ ਉਹ ਵੀ ਇਹ ਚਾਹੁੰਦੇ ਸੀ ਵੀ ਔਰਤ ਅੱਗੇ ਨਾ ਵਧੇ, ਜਿਸ ਤਰ੍ਹਾਂ ਸ਼ੁਰੂ ਤੋਂ ਹੀ ਇਹ ਅਸੀਂ ਸੁਣਦੇ ਵੀ ਆਏ ਸੀ ਤੇ ਦੇਖਦੇ ਵੀ ਆਏ ਸੀ। ਹਾਲਾਂਕਿ ਮੇਰੇ ਹਸਬੈਂਡ ਵੀ ਇੱਕ ਮਤਲਬ ਮਰਦ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੂੰ, ਪਰ ਸੋਚ ਮਰਦ ਪ੍ਰਧਾਨ ਸਮਾਜ ਵਾਲੀ ਨਹੀਂ ਹੈ। ਉਹਨਾਂ ਨੇ ਕਿਹਾ ਵੀ ਤੂੰ ਇਸ ਲਾਈਨ 'ਚ ਆਉਣਾ ਚਾਹੁੰਦੇ ਤਾਂ ਤੂੰ ਆ। ਤੇ ਲੇਕਿਨ ਮੇਰੇ ਹਸਬੈਂਡ ਦੇ ਨਾਲ ਇੱਕ ਦੋਸਤਪਨ ਦਾ ਇੱਕ ਜ਼ਿਆਦਾ ਰਿਸ਼ਤਾ ਸੀ। ਜਿਹੜੀਆਂ ਸਮੱਸਿਆ ਆਉਂਦੀਆਂ ਸੀ ਸ਼ੁਰੂ 'ਚ ਮੈਂ ਬੱਸਾਂ 'ਚ ਵੀ ਧੱਕੇ ਖਾਏ। ਬੱਸਾਂ 'ਚ ਤੁਹਾਨੂੰ ਪਤਾ ਜਿਹੜਾ ਭੀੜ ਭੜਾਕਾ ਹੁੰਦਾ ਹੈ ਜਾਂ ਕਿਸੇ ਲੇਡੀ ਨੂੰ ਦੇਖ ਕੇ ਕੋਈ ਸੀਟੀ ਮਾਰਦਾ ਹੈ, ਕੋਈ ਕੁਛ ਕਰਦਾ ਹੈ, ਤਾਂ ਮੈਂ ਆਪਣੇ ਛੇੜਖਾਨੀ ਤੇ ਮੈਂ ਆ ਕੇ ਆਪਣੇ ਪੂਰੀ ਦੀ ਪੂਰੀ ਆਪਣੇ ਹਸਬੈਂਡ ਨੂੰ ਗੱਲ ਦੱਸਦੀ ਸੀ, ਰੋਈ ਵੀ ਬਹੁਤ। ਲੇਕਿਨ ਮੇਰੇ ਹਸਬੈਂਡ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ, ਤੂੰ ਅੱਗੇ ਵਧ। ਤੇ ਉਹਨਾਂ ਦੀ ਹਿੰਮਤ ਤੇ ਮੇਰੀ ਨਾਲ ਹਿੰਮਤ ਜੁੜ ਕੇ ਤੇ ਮੈਂ ਆਪਣਾ ਪੱਤਰਕਾਰਤਾ ਦਾ, ਲੇਕਿਨ ਉਸ ਤੋਂ ਬਾਅਦ ਵੀ ਬਹੁਤ ਮਰਦ ਜਿਹੜੇ ਸਾਡੇ ਆਸ-ਪਾਸ ਦੇ ਸੀ, ਜਿਹੜੇ ਪੱਤਰਕਾਰ ਸੀ, ਉਹ ਵੀ ਨਹੀਂ ਚਾਹੁੰਦੇ ਸੀ ਵੀ ਹਾਂ ਵੀ ਕੋਈ ਔਰਤ ਇਸ ਲਾਈਨ 'ਚ ਸਾਡੇ ਤੋਂ ਇਲਾਵਾ ਅੱਗੇ ਵਧੇ। ਪਰ ਜਿਸ ਤਰ੍ਹਾਂ ਮੈਂ ਜਿਸ ਸੰਸਥਾਨ 'ਚ ਕੰਮ ਕਰਦੀ ਸੀ ਉੱਥੇ ਦੀ ਗੱਲ ਕਰਾਂ ਤਾਂ ਜਿਹੜੇ ਮੇਰੇ ਆਸ-ਪਾਸ ਦੇ ਲੋਕ ਹੁੰਦੇ ਸੀ ਉਹਨਾਂ ਨੇ ਵੀ ਬੜਾ ਡੈਮੋਲਾਈਜ਼ ਜਾਂ ਮਤਲਬ ਉਹ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਵੀ ਇਹ ਨਿਸ਼ਾ ਅੱਗੇ ਨਾ ਸਾਡੇ ਤੋਂ ਵੱਧ ਜਾਏ। ਲੇਕਿਨ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਮੈਨੇ ਨਹੀਂ ਹੁੰਦੀ ਲੇਡੀ ਆਪਣੀ ਇਮਾਨਦਾਰੀ, ਕਿਉਂਕਿ ਦੇਖੋ ਇਹ ਜਿਹੜਾ ਪੱਤਰਕਾਰਤਾ ਦਾ ਪੇਸ਼ਾ ਹੈ, ਖੇਤਰ ਹੈ, ਇਹ ਬੜਾ ਚੁਣੌਤੀਪੂਰਨ ਹੈ। ਤੁਸੀਂ ਆਪਣੇ ਦੋਹਰੀ ਇੱਕ ਜ਼ਿੰਮੇਵਾਰੀ ਆ ਜਾਂਦੀ ਹੈ ਔਰਤਾਂ ਦੇ ਉੱਪਰ। ਘਰ ਦੀ ਜ਼ਿੰਮੇਵਾਰੀ ਤਾਂ ਹੁੰਦੀ ਹੈ, ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਪਤੀ ਦੀ ਜ਼ਿੰਮੇਵਾਰੀ ਹੁੰਦੀ ਹੈ, ਲੇਕਿਨ ਉਸ ਦੇ ਨਾਲ ਤੁਸੀਂ ਜਿਹੜੀ ਸੰਸਥਾਨ ਦੇ ਨਾਲ ਜੁੜੇ ਹੋ ਉਹਦੇ ਪ੍ਰਤੀ ਵੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਉਸ ਦੇ ਮੁਤਾਬਿਕ ਵੀ ਕੰਮ ਕਰਨਾ ਹੈ ਤੇ ਇਮਾਨਦਾਰੀ ਤੇ ਸੱਚਾਈ ਨੂੰ ਵੀ ਅੱਗੇ ਰੱਖਣਾ ਹੈ। ਤੁਸੀਂ ਉਹ ਚੀਜ਼ ਇਮਾਨਦਾਰੀ ਸੱਚਾਈ ਨੂੰ ਤੇ ਤੁਸੀਂ ਪਰੋਸ ਕੇ ਤੁਸੀਂ ਸਮਾਜ 'ਚ ਦਿਓਗੇ। ਜੇ ਤੁਸੀਂ ਆਪਣਾ ਨਾਮ ਵਾਕਈ ਸਮਾਜ 'ਚ ਰੱਖਣਾ ਹੈ ਤਾਂ ਤੁਸੀਂ ਇਹ ਗੱਲਾਂ ਨੂੰ ਨਾਲ ਆਪਣੇ ਹਿੰਮਤ ਦੇ ਨਾਲ ਜੋੜਨੀਆਂ ਪੈਣੀਆਂ, ਕਿਉਂਕਿ ਅਸੀਂ ਸੱਚ ਜਦ ਤੱਕ ਅਸੀਂ ਸਮਾਜ ਦੇ ਅੱਗੇ ਨਹੀਂ ਰੱਖਾਂਗੇ, ਜਿਸ ਲਈ ਸੱਚਾਈ ਰੱਖਣ ਲਈ ਸਮਾਜ ਦੇ ਅੱਗੇ ਬਹੁਤ ਬੜੀ ਹਿੰਮਤ ਚਾਹੀਦੀ ਹੈ। ਜਦ ਤੱਕ ਉਹ ਤੁਹਾਡੇ 'ਚ ਹਿੰਮਤ ਨਹੀਂ ਹੋਏਗੀ ਤੁਸੀਂ ਆਪਣਾ ਸਫ਼ਰ ਪੂਰਾ ਨਹੀਂ ਕਰ ਸਕਦੇ, ਤੁਸੀਂ ਲੜ ਨਹੀਂ ਸਕਦੇ ਸਮਾਜ ਦੇ ਨਾਲ। ਤੁਸੀਂ ਆਪਣੇ ਸੰਸਥਾਨ ਦੇ ਦਰਿੰਦਿਆਂ ਦਾ ਮੈਂ ਥੋੜਾ ਜਿਹਾ ਸਖਤ ਬੋਲ ਪਈ ਲਫ਼ਜ਼ ਹੈ ਨਾ, ਹਾਂ, ਜਿਹੜੇ ਸਾਡੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ, ਹਾਂ, ਨਕਾਰ ਰਹੇ, ਹਾਂ, ਠੀਕ ਹੈ ਨਾ। ਤੇ ਉਹਨਾਂ ਨੂੰ ਤੁਸੀਂ ਉਦੋਂ ਤੱਕ ਨਹੀਂ ਦਬਾ ਸਕੋਗੇ ਜਦ ਤੱਕ ਤੁਸੀਂ ਆਪਣੀ ਸੱਚਾਈ ਇਮਾਨਦਾਰੀ ਦੀ ਹਿੰਮਤ ਤੁਸੀਂ ਨਹੀਂ ਰੱਖੋਗੇ। ਹਾਂ, ਇੰਨੀ ਗੱਲ ਜ਼ਰੂਰ ਹੈ, ਜੇ ਕਿ ਤੁਹਾਨੂੰ ਆਪਣੇ ਘਰ ਤੋਂ ਥੋੜੀ ਜਿਹੀ ਹਿੰਮਤ ਮਿਲ ਜਾਂਦੀ ਹੈ, ਜਿਸ ਤਰ੍ਹਾਂ ਮੈਂ ਕਿਹਾ ਮੇਰੇ ਹਸਬੈਂਡ ਨੇ ਮੈਨੂੰ ਹਿੰਮਤ ਦਿੱਤੀ, ਉਹ ਮਿਲ ਜਾਂਦੀ ਹੈ ਤਾਂ ਤੁਹਾਡੇ 4 ਚੰਦ ਲੱਗ ਜਾਂਦੇ। ਲੇਕਿਨ ਫਿਰ ਵੀ ਤੁਹਾਨੂੰ ਬਾਹਰ ਤਾਂ ਫੇਸ ਕਰਨਾ ਹੀ ਪੈਣਾ, ਉਹਨਾਂ ਨੂੰ ਬਾਹਰ ਤਾਂ ਇਕੱਲੇ ਹੀ ਜਾਣਾ ਪੈਣਾ, ਇਕੱਲੇ ਹੀ ਫੇਸ ਕਰਨਾ ਪੈਣਾ। ਤੁਸੀਂ ਸੱਚਾਈ ਨੂੰ ਕਿਸ ਤਰ੍ਹਾਂ ਰੱਖਣਾ, ਕਿਸ ਤਰ੍ਹਾਂ ਮਤਲਬ ਉਹਨਾਂ ਤੋਂ ਸਾਈਡ ਹੋ ਕੇ ਕਿਸ ਤਰ੍ਹਾਂ ਨਿਕਲਣਾ ਦਰਿੰਦਿਆਂ ਤੋਂ, ਜਾਂ
ਤੁਸੀਂ ਜਿਹੜੇ ਕੀ ਕਹਿੰਦੇ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੇ ਤੁਸੀਂ, ਕਿਉਂਕਿ ਦੁਸ਼ਮਣੀ ਹਰ ਇੱਕ ਦੇ ਨਾਲ ਮੋਲ ਨਹੀਂ ਲੈ ਸਕਦੇ। ਆਪਣੇ ਤੁਸੀਂ ਉਸ ਰਸਤੇ ਖੁਦ ਬਣਾਣੇ, ਕਿਸ ਤਰ੍ਹਾਂ ਤੁਸੀਂ ਉਸ ਰਸਤਿਆਂ ਨੂੰ ਕ੍ਰੋਸ ਕਰਕੇ ਅੱਗੇ ਵਧਣਾ ਹੈ, ਇਹ ਤੁਹਾਡਾ ਆਪਣਾ ਸੋਚ ਹੋਣੀ ਚਾਹੀਦੀ ਹੈ। ਜਦ ਤੱਕ ਤੁਸੀਂ ਉਹ ਨਹੀਂ ਕਰੋਗੇ ਨਾ, ਹਾਂ ਡਰਾਉਣ ਵਾਲੇ ਬਹੁਤ ਹੈ, ਡਰਨਾ ਵੀ ਪੈਂਦਾ ਹੈ ਕਈ ਵਾਰ, ਠੀਕ ਹੈ ਨਾ, ਲੇਕਿਨ ਇਸ ਪੱਤਰਕਾਰਤਾ ਦੇ ਖੇਤਰ 'ਚ ਆਉਣ ਲਈ, ਜਿਸ ਤਰ੍ਹਾਂ ਕਿ ਅੱਜ ਤਾਂ ਬਹੁਤ ਜਦ ਮੈਂ ਦੇਖਦੀ ਹਾਂ ਬਹੁਤ ਜ਼ਿਆਦਾ ਲੜਕੀਆਂ ਕਿ ਛੋਟੀ ਛੋਟੀ ਬੱਚੀਆਂ, ਗਿਣਤੀ ਬਹੁਤ ਵਧੀ ਹੈ, ਤੇ ਮੈਨੂੰ ਖੁਸ਼ੀ ਵੀ ਹੈ ਕਿ ਇਸ ਖੇਤਰ 'ਚ ਅੱਗੇ ਆਈਆਂ ਲੜਕੀਆਂ। ਜੇ ਉਹ ਹਿੰਮਤ ਰੱਖਣਗੀਆਂ ਤਾਂ ਹੀ ਉਹ ਅੱਗੇ ਚੱਲ ਸਕਣਗੀਆਂ। ਮੇਰਾ ਇੱਕ ਇਹ ਸੰਦੇਸ਼ ਹੈ ਉਹਨਾਂ ਲਈ, ਬੱਚਿਆਂ ਲਈ, ਕਿ ਉਹ ਹਿੰਮਤ ਰੱਖਣ। ਕੋਈ ਵੀ ਐਸਾ ਕੰਮ ਨਹੀਂ, ਠੀਕ ਹੈ, ਜੇ ਹਿੰਮਤ ਰੱਖੋਗੇ, ਇਮਾਨਦਾਰੀ ਤੁਹਾਨੂੰ ਰੱਖੋਗੇ ਤਾਂ ਤੁਸੀਂ ਅੱਗੇ ਜ਼ਰੂਰ ਵਧੋਗੇ। ਤੇ ਇਸ ਖੇਤਰ 'ਚ ਤੁਹਾਨੂੰ ਸਭ ਤੋਂ ਬੜੀ ਚੀਜ਼ ਇਹ ਹੈ ਕਿ ਤੁਸੀਂ ਸਮਾਜ ਨੂੰ ਕੀ ਪਰੋਸ ਕੇ ਦੇਣਾ। ਸਭ ਤੋਂ ਬੜੀ ਗੱਲ ਇਹ ਹੈ, ਕੀ ਪਰੋਸ ਕੇ ਦੇਣਾ, ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਪਰੋਸ ਕੇ ਦੇਣਾ। ਕਿਉਂਕਿ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਪੱਤਰਕਾਰ ਨੇ, ਜਿੱਦਾਂ ਉਹ ਆਪਾਂ ਨਾਮ ਨਾ ਲਈਏ, ਨੈਸ਼ਨਲ ਮੀਡੀਆ 'ਚ ਅੱਜ ਕੱਲ੍ਹ ਹੈਗੀਆਂ ਨੇ, ਉਹ ਇੱਕ ਤਰ੍ਹਾਂ ਨਾਲ ਟੂਲ ਦਾ ਕੰਮ ਕਰ ਰਹੀਆਂ ਨੇਗੀਆਂ, ਉਹ ਚਾਹੇ ਜੈਂਟਸ ਨੇ ਚਾਹੇ ਲੇਡੀਜ਼ ਨੇ। ਉੱਦਾਂ ਦੀ ਚੀਜ਼ ਤੋਂ ਜਿਹੜੇ ਨਵੇਂ ਪੱਤਰਕਾਰ ਕੁੜੀਆਂ ਨੇ ਉਹਨਾਂ ਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ। ਅਵੇਅਰ ਹੋਣ ਦੀ ਜ਼ਰੂਰਤ ਹੈ। ਉਹ ਗੱਲ ਦੇਖੋ, ਮੈਂ ਪਹਿਲੇ ਵੀ ਕਹਿ ਚੁੱਕੀ ਕਿ ਆਪਣੇ ਸੰਸਥਾਨ ਦੇ ਨਾਲ ਤੁਸੀਂ ਜਿਸ ਨਾਲ ਜੁੜੇ ਹੋ, ਉਹਨਾਂ ਦੀ ਕੀ ਪਾਲਿਸੀ ਹੈ, ਉਹ ਤੁਹਾਨੂੰ ਕੀ ਦਿਸ਼ਾ ਨਿਰਦੇਸ਼ ਦਿੰਦੇ ਆ, ਠੀਕ ਹੈ ਨਾ, ਇਹ ਉਹ ਸਹੀ ਹੈ ਕਿ ਹਾਂ ਉਹ ਪਾਲਿਸੀ ਜ਼ਰੂਰੀ ਨਹੀਂ ਵੀ ਉਹ ਪਾਲਿਸੀ ਜੋ ਉਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਚੱਲਿਆ ਜਾਵੇ, ਉਸ ਮੁਤਾਬਿਕ ਚੱਲਿਆ ਜਾਏ। ਤੁਹਾਡੀਆਂ ਮਨੁੱਖੀ ਕਦਰਾਂ ਕੀਮਤਾਂ ਦੇ ਬੇਸ ਤੇ ਤੁਸੀਂ ਉਸ ਪਾਲਿਸੀ ਨੂੰ ਸਹੀ ਮੰਨਦੇ ਹੋ। ਹਾਂ, ਮੇਨ ਗੱਲ ਉਹੀ ਆ ਜਾਂਦੀ ਹੈ ਕਿ ਤੁਹਾਡੀ ਹਿੰਮਤ ਅੰਦਰ ਤੋਂ ਕਿੰਨੀ ਕੁ ਮਤਲਬ ਪਾਵਰ ਹੈ ਤੁਹਾਡੇ ਅੰਦਰ, ਤੁਸੀਂ ਉਸ ਨਾਲ ਕਿੰਨਾ ਕੁ ਲੜ ਸਕਦੇ ਹੋ, ਠੀਕ ਹੈ ਨਾ। ਤਾਂ ਜ਼ਰੂਰੀ ਨਹੀਂ ਕਿ ਹਰ ਮਜਬੂਰੀ ਦੇ ਨਾਲ ਸਮਝੌਤਾ ਹੀ ਕੀਤਾ ਜਾਏ। ਹਰ ਮਜਬੂਰੀ ਨਾਲ ਸਮਝੌਤਾ ਕਰਨ ਦੇ ਲਈ ਤੁਸੀਂ ਨਹੀਂ ਬਣੇ। ਮੈਂ ਤਾਂ ਹਰ ਔਰਤ ਨੂੰ ਇਹ ਕਹਾਂਗੀ ਕਿ ਸਮਝੌਤਾ ਕਿਸੇ ਵੀ ਮਜਬੂਰੀ 'ਚ ਨਹੀਂ ਕੀਤਾ ਜਾਣਾ ਚਾਹੀਦਾ। ਤੁਹਾਨੂੰ ਰਸਤੇ ਉਹ ਲੱਭਣੇ ਚਾਹੀਦੇ ਹੈ, ਸਮਝੌਤਾ ਨਹੀਂ ਕਰਨਾ ਚਾਹੀਦਾ। ਰਸਤੇ ਉਹ ਲੱਭਣੇ ਚਾਹੀਦੇ ਹੈ ਕਿ ਉਹਨਾਂ ਨੂੰ ਤੁਸੀਂ, ਉਹਨਾਂ ਲੋਕਾਂ ਨੂੰ ਤੁਸੀਂ ਮਾਤ ਦੇ ਸਕੋ ਜੋ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ। ਕਈ ਅੰਡਰ ਪ੍ਰੈਸ਼ਰ ਹੋ ਕੇ ਸਮਝੌਤਾ ਕਰ ਲੈਂਦੇ। ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਵੀ ਸਮਝੌਤਾ ਕਰਨ ਦੀ ਥਾਂ ਤੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਹਦਾ ਹੋਰ ਰਸਤਾ ਕੀ ਹੋ ਸਕਦਾ, ਰਸਤਾ ਕੀ ਹੋ, ਉਹ ਰਸਤੇ ਲੱਭਣੇ ਚਾਹੀਦੇ, ਨਾ ਕਿ ਉਸ ਨਾਲ ਸਮਝੌਤਾ, ਉਸ ਮਜਬੂਰੀ ਦੇ ਨਾਲ ਸਮਝੌਤਾ ਕਰੋ। ਤੁਸੀਂ, ਤੁਹਾਡੀ ਇੱਥੇ ਹਿੰਮਤ ਦਿਖਦੀ ਹੈ। ਔਰ ਮੈਂ ਦਾਅਵੇ ਨਾਲ ਇਹ ਕਹਿੰਦੀ ਹਾਂ ਕਿਉਂਕਿ ਮੇਰਾ 40 ਸਾਲ ਦਾ ਐਕਸਪੀਰੀਅੰਸ ਹੈ, ਇਹੀ ਮੈਨੂੰ ਸਿਖਾਇਆ ਉਸਨੇ। ਅੱਗੇ ਵਧਣ ਦੀ ਸ਼ਕਤੀ ਮੈਨੂੰ ਤਾਂ ਹੀ ਮਿਲੀ ਹੈ ਜੇ ਮੈਂ ਆਪਣੀ ਹਿੰਮਤ ਰੱਖੀ ਹੈ। ਨੀਨਾ ਜੀ, ਤੁਸੀਂ ਵੀ ਯੰਗ ਪੱਤਰਕਾਰਾਂ ਦੇ ਵਿੱਚੋਂ ਆਉਂਦੇ ਹੋ, ਕਿੱਦਾਂ ਦਾ ਰਿਹਾ? ਤੁਸੀਂ ਕਦੋਂ ਤੋਂ ਸਫ਼ਰ ਸ਼ੁਰੂ ਕੀਤਾ ਹੈ ਪੱਤਰਕਾਰੀ ਦਾ, ਇਹ ਸਫ਼ਰ ਕਿੱਦਾਂ ਦਾ ਰਿਹਾ? ਮੈਂ 2004 ਚ ਆਈ ਸੀ ਇਸ ਜਰਨਲਿਜ਼ਮ 'ਚ। ਮਤਲਬ ਜਦ ਕਿ ਮੇਰੇ ਪਰਿਵਾਰ 'ਚ ਕਿਸੇ ਨੂੰ ਵੀ ਰਿਪੋਰਟਰ, ਜਰਨਲਿਸਟ ਕਿਹਾ ਇੱਦਾਂ ਦਾ ਕੁਛ ਹੋ ਨਹੀਂ ਸੀ। ਹਾਲਾਂਕਿ ਘਰਦਿਆਂ ਨੇ ਵੀ ਕਿਹਾ ਕਿ ਇਹ ਕਿਹੜੀ ਲਾਈਨ ਪਕੜ ਲਈ ਹੈ, ਬਟ ਅੱਜ ਦੀ ਡੇਟ 'ਚ ਅਗਰ ਮੈਂ ਗੱਲ ਕਰਾਂ ਇੰਨੇ ਸਾਲ ਬਾਅਦ, ਤਾਂ ਘਰ ਵਾਲੇ ਇਸ ਚੀਜ਼ ਨੂੰ ਪ੍ਰਾਊਡ ਫੀਲ ਕਰਦੇ ਆ। ਉਹਦਾ ਰੀਜ਼ਨ ਇਹ ਵੀ ਹੈ, ਘਰ ਵਾਲਿਆਂ ਦੀ ਸਪੋਰਟ। ਦੇਖੋ ਇੱਦਾਂ ਹੈ ਕਿ ਜਦ ਤੱਕ ਤੁਹਾਨੂੰ ਘਰ ਤੋਂ ਸਪੋਰਟ ਨਹੀਂ ਮਿਲਦੀ ਤਦ ਤੱਕ ਤੁਸੀਂ ਕਿਸੇ ਵੀ ਚੈਲੰਜ ਨੂੰ ਉਹ ਨਹੀਂ ਕਰ ਸਕਦੇ। ਚੁਣੌਤੀਆਂ ਇੰਨੀਆਂ ਹੈ, ਮਤਲਬ ਹਰ ਜਗ੍ਹਾ ਤੇ ਚੁਣੌਤੀਆਂ ਹੈ, ਲੇਕਿਨ ਤੁਸੀਂ ਆਪਣੀ ਹਿੰਮਤ ਜਿਹੜੀ ਹੈ ਨਾ, ਬਸ ਉਹ ਚੁਣੌਤੀਆਂ ਨੂੰ ਕਰਨ ਵਾਲੀ ਹੈ। ਮਤਲਬ ਤੁਸੀਂ ਆਪਣੀ ਹਿੰਮਤ ਰੱਖੋਗੇ ਤਾਂ ਚੁਣੌਤੀਆਂ ਖਤਮ ਹੈ, ਜੇ ਤੁਸੀਂ ਡਰ ਜਾਓਗੇ ਤਾਂ ਫਿਰ ਤਾਂ ਖਤਮ ਹੈ ਤੁਹਾਡੀ ਲਾਈਨ। ਤੇ ਮੈਂ ਜਿੱਦਾਂ ਅਨਮੈਰਿਡ ਹੁੰਦੀ ਮੈਂ ਜਰਨਲਿਸਟ ਸੀਗੀ, ਤਾਂ ਤਦ ਤੱਕ ਕੋਈ ਇਸ ਤਰ੍ਹਾਂ ਦਾ ਲੱਗਿਆ ਨਹੀਂ ਕਿ ਕਿਸੇ ਤਰ੍ਹਾਂ ਦੀ ਪ੍ਰੋਬਲਮ ਕੋਈ ਆਏ। ਕਿਆ ਹੁੰਦਾ ਹੈ, ਮਤਲਬ ਜਿਹੜੀ ਜਰਨਲਿਸਟ ਲੇਡੀਜ਼ ਹੁੰਦੀਆਂ ਆਲਮੋਸਟ ਮੈਨੂੰ ਲੱਗਦਾ ਕਿ ਵਿਆਹ ਤੋਂ ਬਾਅਦ ਬਹੁਤ ਘੱਟ ਹੈ ਜਿਹੜੇ ਕੰਟੀਨਿਊ ਕਰ ਪਾਉਂਦੀਆਂ। ਉਹਦਾ ਰੀਜ਼ਨ ਹਾਂ ਬਿਲਕੁਲ, ਮੈਨੂੰ ਇਹ ਲੱਗਦਾ ਕਿ ਹਾਂ ਉਹਦੇ 'ਚ ਹੁੰਦਾ ਕਿ ਜੇ ਤੁਸੀਂ ਅਗਲੀ ਫੈਮਿਲੀ 'ਚ ਚਲੇ ਗਏ ਤਾਂ ਉਹ ਤੁਹਾਨੂੰ ਸਪੋਰਟ ਕਰ ਰਹੇ ਹੈ, ਨਹੀਂ ਕਰ ਰਹੇ, ਉਹਨਾਂ ਨੂੰ ਇਹ ਪ੍ਰੋਫੈਸ਼ਨ ਕਿੱਦਾਂ ਦਾ ਲੱਗਿਆ ਕਿੱਦਾਂ ਨਹੀਂ। ਇਸ ਮਾਮਲੇ 'ਚ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਕਹਿੰਦੀ ਕਿ ਮੇਰੇ ਹਸਬੈਂਡ ਨੇ ਕਦੇ ਵੀ ਇਸ ਚੀਜ਼ ਨੂੰ ਕਿਹਾ ਹੀ ਨਹੀਂ ਹੈ, ਔਰ ਉਹਨਾਂ ਦੀ ਇੰਨੀ ਸਪੋਰਟ ਰਹੀ ਹੈ। ਤੇ 2004 ਤੋਂ ਲੈ ਕੇ ਹੁਣ ਤੱਕ ਦੇਖ ਲਓ ਮੈਂ ਕੰਟੀਨਿਊ ਕਰ ਰਹੀ ਹਾਂ। ਹਾਂ, ਲੇਕਿਨ ਮੈਂ ਇਹ ਜ਼ਰੂਰ ਕਹਿੰਦੀ ਹਾਂ ਕਿ ਚਾਹੇ ਜਰਨਲਿਸਟ ਹੈ ਚਾਹੇ ਕੋਈ ਹੋਰ ਫੀਲਡ ਹੈ, ਜਦ ਅਸੀਂ ਵਰਕਿੰਗ, ਜਿਹੜੀ ਲੇਡੀਜ਼ ਵਰਕਿੰਗ ਹੈ ਨਾ, ਉਹਦੇ ਵਾਸਤੇ ਇੱਕ ਚੈਲੰਜ ਹੋ ਜਾਂਦਾ ਕਿ ਬੈਲੈਂਸ ਬਣਾ ਕੇ ਰੱਖਣਾ ਤੁਸੀਂ ਆਪਣੇ ਘਰ 'ਚ ਵੀ ਤੇ ਆਫਿਸ ਵੀ। ਅਗਰ ਤੁਸੀਂ ਆਫਿਸ ਬੈਟਰ ਨਹੀਂ ਕਰੋਗੇ ਤੇ ਉੱਥੇ ਤੁਹਾਨੂੰ ਪ੍ਰੋਬਲਮਸ ਆਏਗੀ ਡੈਫੀਨੇਟਲੀ, ਔਰ ਅਗਰ ਘਰ ਨਹੀਂ ਕਰੋ ਘਰ ਡਿਸਟਰਬ ਹੋਏਗਾ। ਤੇ ਮੈਂ ਆਲਵੇਜ਼ ਇਹੀ ਕੋਸ਼ਿਸ਼ ਕੀਤੀ ਹੈ ਕਿ ਦੋਨੋਂ ਤਰਫ ਬੈਲੈਂਸ ਬਣਾ ਕੇ ਰੱਖਾਂ, ਔਰ ਬਣਾ ਕੇ ਵੀ ਰੱਖਿਆ। ਮੈਂ ਅਮਰ ਉਜਾਲਾ ਤੋਂ ਸਟਾਰਟਿੰਗ ਕੀਤੀ ਸੀ ਜਦ ਮੈਂ ਇੰਟਰਨ ਸੀਗੀ, ਉਸ ਤੋਂ ਬਾਅਦ ਮੈਂ ਦੈਨਿਕ ਭਾਸਕਰ 10 ਸਾਲ ਲਗਾਇਆ, ਹੁਣ ਮੈਂ ਦੈਨਿਕ ਸਵੇਰਾ ਟਾਈਮ 'ਚ। ਤੇ
ਲੇਕਿਨ ਅਗਰ ਅਸੀਂ ਗੱਲ ਕਰੀਏ ਕਿ ਮੇਲ ਪਰਸਨ, ਮੈਨੂੰ ਇਹ ਲੱਗਦਾ ਹੈ ਕਿ ਜਦ ਮੈਂ ਜਰਨਲਿਜ਼ਮ ਜੁਆਇਨ ਕੀਤੀ ਤੇ ਇਹਦੇ 'ਚ ਇਹ ਚੀਜ਼ ਅਸੀਂ ਕਦੇ ਨਹੀਂ ਸੋਚਣੀ ਕਿ ਅਸੀਂ ਇੱਕ ਮਹਿਲਾ ਜਰਨਲਿਸਟ ਹੈ ਔਰ ਅਸੀਂ ਇੱਥੇ ਪਲੀ ਨਹੀਂ ਲੈਣੀ ਕਿ ਮਹਿਲਾ ਹੈ ਤੇ ਮੈਨੂੰ ਇਹ ਐਕਸਕਿਊਜ਼ ਦੇ ਦਿਓ। ਜਦ ਅਸੀਂ ਆ ਗਏ ਤਾਂ ਅਸੀਂ ਦੋਨੋਂ ਬਰਾਬਰ ਹੈ, ਮਤਲਬ ਜੈਂਟਸ ਲੇਡੀਜ਼ ਦੋਨੋਂ ਬਰਾਬਰ ਹੈ ਕਿ ਜਿੱਥੇ ਮੈਂ ਆਪਣਾ ਦਿਖਾਤਾ ਮਹਿਲਾਪਨ ਤੇ ਉੱਥੇ ਹੀ ਪੁਰਸ਼ ਹਾਵੀ ਤਾਂ ਹੋਏਗਾ ਜਦ ਮੈਂ ਦਿਖਾਵਾਂਗੀ ਕਿ ਅੱਜ ਮੇਰੇ ਘਰ 'ਚ ਆਹ ਪ੍ਰੋਬਲਮ ਹੈ ਔਰ ਮੈਨੂੰ ਇਸ ਕਰਕੇ ਛੁੱਟੀ ਚਾਹੀਦੀ ਹੈ, ਮੈਨੂੰ ਇਹ ਦਿੱਕਤ ਹੈ। ਨਹੀਂ, ਅਸੀਂ ਜਦ ਉਹਨਾਂ ਨਾਲ ਕੰਮ ਕਰਨਾ ਤਾਂ ਮਰਦ ਬਣ ਕੇ ਕੰਮ ਕੀਤਾ ਤੇ ਮੈਨੂੰ ਲੱਗਦਾ ਹੈ ਫਿਰ ਸ਼ਾਇਦ ਤੁਸੀਂ ਕੋਈ ਵੀ ਚੈਲੰਜ ਉਹ ਨਹੀਂ, ਮਤਲਬ ਤੁਹਾਨੂੰ ਕੋਈ ਦਿੱਕਤ ਛੋਟਾ ਨਹੀਂ ਲੱਗੇਗਾ। ਜਦੋਂ ਤੁਸੀਂ ਆਪਣੇ ਆਪ ਨੂੰ ਮਹਿਲਾ ਸਮਝ ਲਿਆ ਨਾ ਤਾਂ ਫਿਰ ਦੂਸਰਾ ਬੰਦਾ, ਪੁਰਸ਼ ਤਾਂ ਤਿਆਰ ਬੈਠੇ ਹੈ ਕਿ ਮਹਿਲਾ ਉਹਨਾਂ ਦੇ ਨਾਲ ਖੜੀ ਹੋ ਕੇ ਅਗਰ ਕੰਮ ਕਰ ਰਹੀ ਹੈ ਨਾ ਤਾਂ ਅੱਜ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਇਹ ਦਿਖਾਣਾ ਹੈ ਕਿ ਅਸੀਂ ਜੇ ਤੁਹਾਡੇ ਨਾਲ ਕੰਮ ਕਰ ਰਹੇ ਹਾਂ ਤਾਂ ਤੁਹਾਡੇ ਤੋਂ ਘੱਟ ਨਹੀਂ ਹੈ, ਤੁਹਾਡੇ ਤੋਂ ਵੱਧ। ਹਾਂ, ਬਿਲਕੁਲ ਬਿਲਕੁਲ ਕੈਪੇਬਿਲਿਟੀ ਦੇ ਨਾਲ ਕੰਮ ਕੈਪੇਬਿਲਿਟੀ ਹੈ ਔਰ ਅਸੀਂ ਤੁਹਾਡੇ ਤੋਂ ਘੱਟ ਨਹੀਂ ਹੈ। ਔਰ ਸਾਨੂੰ ਮਤਲਬ ਇਹ ਸੋਚਣਾ ਹੀ ਨਹੀਂ ਹੈ ਤੁਸੀਂ ਕਿ ਅਸੀਂ ਮਹਿਲਾਵਾਂ, ਮਤਲਬ ਕਿਤੇ ਵੀ ਤੁਹਾਡੇ ਕੋਈ ਮਤਲਬ ਸੌਫਟ ਕਾਰਨਰ ਮਹਿਲਾ ਵਾਸਤੇ ਉਹ ਆ ਜੇ, ਕਿਉਂਕਿ ਉਹ ਇਹ ਚਾਹੁੰਦੇ ਹੈ ਕਿ ਅਸੀਂ ਮਹਿਲਾ ਦਾ ਦਸੀਏ ਕਿ ਅਸੀਂ ਮਤਲਬ ਕੋਈ ਵੀ ਅਸੀਂ ਉਹ ਦਸੀਏ ਤਾਂ ਉਹ ਸਾਨੂੰ ਉਹ ਕਰਨ, ਠੀਕ ਹੈ, ਦਬਾਉਣ ਦੀ ਕੋਸ਼ਿਸ਼ ਕਰਨ। ਤਾਂ ਇੱਦਾਂ ਦਾ ਮੈਂ ਕਦੇ ਵੀ ਕੀਤਾ ਨਹੀਂ ਤੇ ਔਰ ਮੈਨੂੰ ਇੱਦਾਂ ਦੀ ਕੋਈ ਪ੍ਰੋਬਲਮ ਆਈ ਵੀ ਨਹੀਂ। ਬਟ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਮਾਰਕੀਟ 'ਚ ਆ ਗਏ ਨਾ ਤਾਂ ਬਰਾਬਰ ਹੈ ਉਹਨਾਂ ਦੇ ਨਾਲ, ਮਤਲਬ ਮੈਂ ਆਪਣੇ ਆਪ ਨੂੰ ਮਰਦ। ਔਰ ਦੂਸਰੀ ਚੀਜ਼, ਹੁਣੀ ਮੈਂ ਹਾਲ ਹੀ 'ਚ ਸਾਡੀ ਇਲੈਕਸ਼ਨ ਹੋਈ ਸੀ ਪ੍ਰੈਸ ਕਲੱਬ 'ਚ ਔਰ ਮੈਂ ਇੰਨੇ ਸਾਲ ਦੀ ਸਰਵਿਸ ਬਾਅਦ ਪਹਿਲੀ ਵਾਰ ਇਲੈਕਸ਼ਨ ਲੜੀ ਹੈ ਵਾਈਸ ਪ੍ਰੈਜ਼ੀਡੈਂਟ 1 ਵਾਸਤੇ ਤੇ ਮੇਰੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀਗਾ ਔਰ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਮੈਨੂੰ ਕਹਿ ਤਾਂ ਗਿਆ ਮੈਂ ਲੜ ਪਾਵਾਂਗੀ ਨਹੀਂ ਲੜ ਪਾਵਾਂਗੀ, ਲੇਕਿਨ ਮੇਰਾ ਐਕਸਪੀਰੀਅੰਸ ਇੰਨਾ ਅੱਛਾ ਰਿਹਾ ਇਹਦੇ 'ਚ ਵੀ। ਜਦ ਕਿ ਸਾਡੇ ਪ੍ਰੈਸ ਕਲੱਬ 'ਚ ਅਗਰ ਅਸੀਂ ਮਹਿਲਾ ਉਹਦੀ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਬਹੁਤ ਘੱਟ ਹੈ ਨਾ, ਬਹੁਤ ਘੱਟ ਹੈ। ਤੇ ਇੱਕ ਪੋਸਟ ਵੀ ਰੱਖੀ ਹੋਈ ਹੈ ਨਾ ਰਿਜ਼ਰਵ ਕਿ ਇਹਦੇ ਤੇ ਮਹਿਲਾ ਨਹੀਂ ਖੜਨਾ ਤੇ ਮੈਨੂੰ 1.5 ਦਿਨ ਪਹਿਲਾਂ ਪਤਾ ਲੱਗਿਆ ਕਿ ਤੁਸੀਂ ਵਾਈਸ ਪ੍ਰੈਜ਼ੀਡੈਂਟ 1 ਦੀ ਪੋਸਟ ਵਾਸਤੇ ਲੜਨਾ ਹੈ। ਐਕਸੈਪਟਡ, ਮਤਲਬ ਮੈਂ ਕਦੇ ਵੀ ਨਾ ਵਾਲਾ ਤਾਂ ਕੰਮ ਹੀ ਨਹੀਂ ਹੈ, ਕੋਈ ਗੱਲ ਨਹੀਂ, ਲੜਾਂਗੇ। ਤੇ ਚੁਣੌਤੀ ਨੂੰ ਸਵੀਕਾਰ ਕਰਨਾ ਹੈ, ਮਤਲਬ ਅਸੀਂ ਕਿਸੇ ਚੀਜ਼ ਤੋਂ ਡਰਨਾ ਨਹੀਂ ਹੈ। ਮਤਲਬ ਉਹੀ ਆ ਗਈ ਕਿ ਅਗਰ ਜਿੱਥੇ ਆਦਮੀ ਖੜੇ ਆ ਤੇ ਅਸੀਂ ਇਹ ਨਾ ਸੋਚੀਏ ਕਿ ਹਾਏ ਇਹ ਇੱਦਾਂ ਹੈ ਤੇ ਅਸੀਂ ਕਿੱਦਾਂ ਕਰਾਂਗੇ, ਨਹੀਂ, ਅਸੀਂ ਪੂਰੀ ਲੜਨ ਵਾਸਤੇ ਤਿਆਰ ਹੈਗੇ ਤੇ ਮੈਂ ਐਕਸੈਪਟ ਕਰ ਲਿਆ। ਔਰ ਮੈਂ ਇਹਦੇ 'ਚ ਜਿੱਤ ਤਾਂ ਨਹੀਂ ਪ੍ਰਾਪਤ ਕੀਤੀ ਬਟ ਮੈਂ ਆਪਣੇ ਆਪ 'ਚ ਮੈਨੂੰ ਲੱਗਿਆ ਕਿ ਮੈਂ ਜਿੱਤੀ ਹਾਂ ਕਿਉਂਕਿ ਮੈਂ ਪਹਿਲੀ ਵਾਰ ਖੜੀ ਹੋਈ ਸੀ ਔਰ ਮੈਂ 212 ਵੋਟਾਂ ਲਈਆਂ। ਵੱਡੀ ਗੱਲ, ਹਾਂ, ਮਤਲਬ ਮੇਰੇ ਵਾਸਤੇ ਬਹੁਤ ਵੱਡੀ ਸੀ। 1.5 ਦੀ ਔਰਤਾਂ ਦੀ ਗਿਣਤੀ ਬਹੁਤ ਘੱਟ ਹੋਣੀ, ਬਹੁਤ ਘੱਟ ਹੈ। ਹਾਂ ਬਿਲਕੁਲ, ਕਿੰਨੇ % ਔਰਤਾਂ ਹੋਣਗੀਆਂ ਇੱਥੇ? ਮੇਰੇ ਕੇ 15% ਹੋਣਗੀਆਂ ਜਿਹੜੀਆਂ ਮਤਲਬ ਔਰਤਾਂ ਹੈਗੀਆਂ। ਆਈ ਥਿੰਕ ਮੇਰੇ ਹਿਸਾਬ ਨਾਲ ਮੈਡਮ 85 ਜਾਂ 90% ਤਾਂ ਜੈਂਟਸ ਹੀ ਹੈਗੇ ਆ। ਲੇਕਿਨ ਇੱਕ ਚੈਲੰਜ ਸੀਗਾ ਔਰ ਫਿਰ ਅਸੀਂ ਉਹਦੀ ਕੰਪੇਨਿੰਗ ਕਰਨੀ ਔਰ ਫਿਰ ਤੁਸੀਂ ਕਾਲਸ ਕਰਨੀਆਂ, ਸਭ ਕੁਝ ਬਹੁਤ ਬੜਾ ਉਹ ਸੀਗਾ। ਜਦੋਂ ਮੈਂ ਦੇਖਿਆ ਔਰ ਮੈਂ ਲੜੀ ਔਰ ਮੈਂ ਪੂਰੇ ਉਹਦੇ ਕੀਤੇ ਤਾਂ ਮੈਨੂੰ ਲੱਗਿਆ ਕਿ ਅੱਛਾ ਐਕਸਪੀਰੀਅੰਸ ਰਿਹਾ। ਔਰ ਜਦ ਮੈਂ 212 ਵੋਟਾਂ ਦੇਖੀਆਂ, ਮੈਂ ਇਹ ਨਹੀਂ ਦੇਖਿਆ ਕਿ ਮੈਂ ਜਿੱਤੀ ਕਿ ਹਾਰੀ, ਬਟ ਮੈਂ ਆਪਣੇ ਆਪ 'ਚ ਫੀਲ ਕੀਤਾ ਕਿ ਮੈਂ ਆਪਣੇ ਆਪ 'ਚ ਜਿੱਤੀ ਹਾਂ। ਜਦ ਤੁਸੀਂ ਆਪਣੇ ਆਪ 'ਚ ਜਿੱਤ ਜਾਂਦੇ ਹੋ ਨਾ ਤਾਂ ਤੁਸੀਂ ਕਿਤੇ ਵੀ ਨਹੀਂ ਹਾਰਦੇ, ਕੋਈ ਤਾਕਤ ਤੁਹਾਨੂੰ ਦੁਨੀਆ ਦੀ ਹਰਾ ਨਹੀਂ ਸਕਦੀ। ਤਾਂ ਇਹਦੇ ਵਾਸਤੇ ਮੈਂ ਲਾਸਟ 'ਚ ਇਹੀ ਕਹਾਂਗੀ, ਮੈਂ ਆਪਣੇ ਹਸਬੈਂਡ ਦਾ ਮਤਲਬ ਥੈਂਕਸ ਕਿ ਆਲਵੇਜ਼ ਵਿਦ ਮੀ। ਮਤਲਬ ਦੇਖੋ, ਜਦੋਂ ਮੇਰੀ ਨਿਊਕਲੀਅਰ ਫੈਮਿਲੀ ਅਸੀਂ ਅਲੱਗ ਰਹਿੰਦੇ ਹਾਂ तो बहुत सारी प्रॉब्लम्स, मेरे 2 बच्चे हैं, घर भी समटाइम कई बार ऑफिस ज़्यादा टाइम हो गया जिदा मेरे को एजुकेशन है, रात ਨੂੰ ਮੈਨੂੰ 11 ਵੀ ਵੱਜ ਜਾਂਦੇ, ਕਈ ਵਾਰ 12 ਵੀ ਵੱਜ ਜਾਂਦੇ ਜਦੋਂ ਰਿਜ਼ਲਟ ਆਉਂਦੇ ਆ, ਰਿਜ਼ਲਟ ਵਾਲੇ ਦਿਨਾਂ 'ਚ 10ਵੀਂ 12ਵੀਂ ਦੇ। ਤਾਂ ਉਹਨਾਂ ਦਿਨਾਂ 'ਚ ਦੇਖੋ, ਅਗਰ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਨਹੀਂ ਕਰ ਰਹੀ ਨਾ ਤਾਂ ਤੁਸੀਂ ਇਸ ਲਾਈਨ ਦੇ ਵਿੱਚ ਨਹੀਂ ਕਰ ਸਕਦੇ ਕਿਉਂਕਿ ਹੋਰ ਜਿਹੜੀਆਂ ਮਤਲਬ ਨੌਕਰੀਆਂ ਹੈਗੀਆਂ, ਮੈਨੂੰ ਲੱਗਦਾ ਕਿ 6 ਵਜੇ ਆ ਜਾਓਗੇ ਤੁਸੀਂ ਘਰ, 7 ਵਜੇ ਆ ਜਾਓਗੇ। ਲੇਕਿਨ ਜਿਹੜੀ ਜਰਨਲਿਸਟ ਵਾਲੀ ਹੈ ਨਾ, ਇਹਦੇ 'ਚ ਤੁਸੀਂ 24 ਆਰ ਅਵੇਲੇਬਲ ਚਾਹੀਦੇ ਹੈ, ਕਦੇ ਵੀ ਤੁਹਾਨੂੰ ਕਾਲ ਆ ਸਕਦੀ ਹੈ। ਤੇ ਅਗਰ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਕਰ ਰਹੀ ਹੈ ਵੀ ਕਈਆਂ ਨੂੰ ਕਿਹਾ ਜਾਂਦਾ ਕਿ ਮਤਲਬ ਅਗਲੇ ਘਰ ਜਾ ਕੇ ਕਈ ਵਾਰ ਇੱਦਾਂ ਹੁੰਦਾ ਕਿ ਪਤਾ ਨਹੀਂ ਕਿਹਦੇ ਨਾਲ ਗੱਲ ਕਰ ਰਹੀ ਹੈ, ਕਿਹੜੇ ਫੋਨ ਆ ਰਹੇ, ਕਿਹਦੇ ਮੈਸੇਜ, ਇੱਦਾਂ ਦੀ ਪ੍ਰੋਬਲਮਸ ਆ। ਹਾਂ, ਤੇ ਇਹ ਚੀਜ਼ ਸਿਰਫ ਫੈਮਿਲੀ ਦੀ ਸਪੋਰਟ ਨਾਲ ਹੀ ਹੁੰਦਾ ਹੈ। ਤੇ ਫੋਨ ਆ ਰਹੇ ਆ, ਤੁਸੀਂ ਕੱਲ ਕਰ ਰਹੇ, ਰਾਤ ਨੂੰ ਤੁਸੀਂ 11 ਵਜੇ ਆ ਰਹੇ ਹੋ, 12 ਵਜੇ ਆ ਰਹੇ ਹੋ, ਅਗਰ ਘਰ ਆ ਕੇ ਬੰਦਾ ਇਹ ਕਵੇ ਕਿ ਆਇਆ ਤੇ ਤੁਹਾਡੀ ਰਿਸਪੈਕਟ, ਇਹ ਨਹੀਂ ਕਿ ਹਾਂ ਆ ਕੇ ਕੋਈ ਕਹੇ ਕਿ ਲੇਟ ਕਿਉਂ ਆਏ ਤਾਂ ਇਹਨਾਂ ਚੀਜ਼ਾਂ ਦਾ ਬੜਾ ਮੈਟਰ ਕਰਦਾ। ਇਹ ਮੇਰੀ ਫੈਮਿਲੀ ਦੀ ਸਪੋਰਟ ਹੈ, ਮੈਂ ਇਸੇ ਕਰਕੇ ਅੱਜ ਇੱਥੇ ਤੱਕ ਪਹੁੰਚੀ ਹਾਂ, ਤਾਂ ਉਹਨਾਂ ਦਾ ਥੈਂਕਸ ਹੈ ਮੇਰੇ ਵਾਸਤੇ। ਕੋਈ ਨਵੇਂ ਜਿਹੜੇ ਕੁੜੀਆਂ ਆ ਰਹੀਆਂ ਨੇ ਪੱਤਰਕਾਰੀ ਦੇ ਵਿੱਚ, ਕੋਈ ਸੁਨੇਹਾ ਉਹਨਾਂ ਨੂੰ ਦੇਣਾ ਚਾਹੋ ਖਾਸ? ਮੈਂ ਤਾਂ ਸਿਰਫ ਇਹੀ ਸੰਦੇਸ਼ਾ ਦੇਣਾ ਚਾਹਾਂਗੀ ਉਹਨਾਂ ਨੂੰ, ਜਿਹੜੇ ਨਵੀਆਂ ਕੁੜੀਆਂ ਪੱਤਰਕਾਰਤਾ 'ਚ ਆ ਰਹੀਆਂ, ਕਿ ਉਹਨਾਂ ਨੂੰ ਹਮੇਸ਼ਾ, ਵੈਸੇ ਤਾਂ ਹਰ ਖੇਤਰ 'ਚ ਦੇਖੋ ਮਹਿਲਾ ਜਿਹੜੀ ਹੈ ਅੱਜ ਦੀ ਡੇਟ 'ਚ ਅੱਗੇ ਵਧ ਰਹੀ ਹੈ,
ਉਹ ਤਾਂ ਹੀ ਵੱਧ ਰਹੀ ਹੈ ਜੇ ਉਹ ਹਿੰਮਤ ਰੱਖ ਰਹੀ ਹੈ, ਅਦਰਵਾਈਜ਼ ਉਸ ਲਈ ਬਹੁਤ ਚੁਣੌਤੀ ਹੈ ਇਸ ਸਮਾਜ 'ਚ। ਕਲਪਨਾ ਅੱਜ ਵੀ- ਚਾਵਲਾ ਵਰਗੀਆਂ ਜਿਹੜੇ ਹਾਂ, ਸਪੇਸ 'ਚ ਜਾ ਸਕਦੀਆਂ ਹਾਂ। ਨੇ। ਅੱਜ ਵੀ ਇਸ ਸਮਾਜ 'ਚ ਚੁਣੌਤੀ ਉਸ ਲਈ, ਉਸ ਇੱਕ ਔਰਤ ਲਈ ਕਮ ਨਹੀਂ ਹੈ, ਚਾਹੇ ਕੋਈ ਵੀ ਖੇਤਰ ਹੋਏ। ਹਾਂ, ਪੱਤਰਕਾਰਤਾ 'ਚ ਥੋੜੀ ਜ਼ਿਆਦਾ ਹੈ, ਕਿਉਂਕਿ ਕਈ ਵਾਰ ਰਾਤ ਨੂੰ ਵੀ ਜਾਣਾ ਪੈਂਦਾ। ਮੈਂ ਆਪਣੇ ਹੀ ਸ਼ੇਅਰ ਕਰਾਂ, 82 ਦੀ ਗੱਲ ਹੈ, ਸਨ ਵੀ 'ਚ ਮਤਲਬ ਉਸ ਸਮੇਂ ਟੈਰਰਿਜ਼ਮ ਦਾ ਹੋ ਸੀ, ਪੀਕ ਤੇ ਸੀ, ਤੇ ਕੀ ਕਹਿੰਦੇ ਬੰਬ ਬਲਾਸਟ ਹੋ ਗਿਆ ਸੀ। ਰਾਤ ਦੇ 12 ਵਜੇ ਸੀ ਤੇ ਮੈਨੂੰ ਜਾਣਾ ਪਿਆ। ਉਦੋਂ ਟੀਵੀ 'ਚ ਨਹੀਂ ਸੀ, ਮੈਂ ਉਸ 'ਚ ਸੀ, ਅਖਬਾਰ 'ਚ ਸੀ, ਅਖਬਾਰ ਦੇ ਨਾਲ ਜੁੜੀ ਹੋਈ ਸੀ। 12 ਵਜੇ ਗਈ ਤੇ ਉੱਥੇ ਮੈਨੂੰ 3 ਵਜ ਗਏ। 3 ਵਜੇ ਫੋਟੋ ਵਗੈਰਾ ਲਈਆਂ ਤੇ ਕੀ ਕਹਿੰਦੇ ਹੈ, ਮੈਂ ਇਕੱਲੀ ਮਹਿਲਾ ਸੀ। ਤੇ ਹਾਲਾਂਕਿ ਮੇਰੇ ਹਸਬੈਂਡ ਬਾਅਦ 'ਚ ਆ ਗਏ ਸੀ, ਲੇਕਿਨ ਮੈਂ ਉਹ ਜਦ ਮੈਨੂੰ ਪਤਾ ਚੱਲਿਆ, ਮੈਂ ਉਸੇ ਸਮੇਂ ਦੌੜ ਗਈ ਤੇ ਮੈਂ ਸਨੈਪਸ ਲਈਆਂ। ਆਪਣੇ ਕੈਮਰਾਮੈਨ ਨੂੰ ਕਿਹਾ ਕਿ ਸਨੈਪਸ ਭੇਜਣੀਆਂ ਸੀ ਤੇ ਲਈਆਂ। ਮਤਲਬ ਕਹਿਣ ਦਾ ਇਹ ਹੈ ਕਿ ਵੀ ਰਾਤ ਨੂੰ ਵੀ ਤੁਹਾਨੂੰ ਜਾਣਾ ਪੈ ਸਕਦਾ, ਇਕੱਲੇ ਵੀ ਜਾਣਾ ਪੈ ਸਕਦਾ, ਜ਼ਰੂਰੀ ਨਹੀਂ ਤੁਹਾਡੇ ਹਸਬੈਂਡ ਹੀ ਤੁਹਾਡੇ ਨਾਲ ਹੀ ਜਾਣਗੇ, ਤੇ ਜਾਣਾ ਪੈਣਾ। ਇਹ ਤਾਂ ਹੀ ਹੋ ਸਕਦਾ ਜੇ ਤੁਹਾਡੇ ਅੰਦਰ ਹਿੰਮਤ ਹੋਏਗੀ, ਹਿੰਮਤ ਹੋਏ ਬਸ। ਧੰਨਵਾਦ ਜੀ। Thank you ਜੀ। ਨਿਸ਼ਾ ਸ਼ਰਮਾ ਜੀ ਤੇ ਨੀਨਾ ਸ਼ਰਮਾ ਜੀ, ਜਿਨ੍ਹਾਂ ਨੇ ਬੜੇ ਵਿਸਥਾਰ ਤੇ ਬੜੀਆਂ ਮਹੱਤਵਪੂਰਨ ਗੱਲਾਂ ਕੀਤੀਆਂ ਨੇ, ਤੇ ਇੱਕ ਹੱਲਾਸ਼ੇਰੀ ਵੀ ਦਿੱਤੀ ਹੈ ਨਵੀਂ ਜਰਨਲਿਸਟ ਨੂੰ, ਔਰ ਨਾਲ ਦੀ ਨਾਲ ਸੁਨੇਹਾ ਵੀ ਦਿੱਤਾ ਕਿ ਕਿਸ ਤਰੀਕੇ ਨਾਲ ਆਪਣੇ ਆਪ 'ਤੇ ਵਿਸ਼ਵਾਸ ਰੱਖ ਕੇ ਬਰਾਬਰਤਾ ਦੇ ਆਧਾਰ ਤੇ ਇਸ ਸਮਾਜ ਦੇ ਵਿੱਚ ਕੰਮ ਕੀਤਾ ਜਾ ਸਕਦਾ। ਜੁੜੇ ਰਹੋ ਰੇਡੀਓ ਸਪਾਈਸ ਦੇ ਨਾਲ, ਜਲਦ ਹੀ ਮਿਲਾਂਗੇ ਕਿਸੇ ਹੋਰ ਮਹੱਤਵਪੂਰਨ ਵਿਸ਼ੇ ਦੇ ਨਾਲ। ਧੰਨਵਾਦ।